मेरे बेड के नीचे आज एक चिप मिली है जो गैर कानूनी है एक तरह की। ਦਾਦੂਵਾਲ ਨੂੰ ਫੋਨ ਕੀਤਾ ਤੇ ਉਹਦੇ ਕਿਸੇ ਸੇਵਾਦਾਰ ਨੇ ਚੱਕਿਆ ਸੀ ਤੇ ਮੈਂ ਇਹਨਾਂ ਨੂੰ ਮੰਗ ਕੀਤੀ ਕਿ ਵੀਰੇ ਤੁਸੀਂ ਉੱਥੋਂ ਦੇ ਪ੍ਰਧਾਨ ਬਣੇ ਹੋ ਸਿੱਖ ਕੌਮ ਦੇ ਹਰਿਆਣੇ ਕਮੇਟੀ ਦੇ ਤੇ ਕਮ ਸੇ ਕਮ ਤੁਹਾਡੀ ਪਹਿਲ ਬਣਦੀ ਆ, ਤੁਸੀਂ ਜਾ ਕੇ ਉੱਥੇ ਪਤਾ ਕਰੋ। ਉਹ ਕਹਿੰਦੇ ਸੀ ਜੇਰੇ ਇਲਾਜ ਆ ਦਿੱਲੀ ਦੇ ਵਿੱਚ, ਅਸੀਂ ਕਿਸੇ ਬੰਦੇ ਨੂੰ ਭੇਜਦੇ ਆ। ਅੱਜ 5 ਦਿਨ ਬੀਤ ਚੱਲੇ ਆ, ਨਾ ਤੇ ਕਿਸੇ ਜਥੇਦਾਰ ਦਾ ਫੋਨ ਆਇਆ ਵਾ, ਨਾ ਕਿਸੇ ਸੇਵਾਦਾਰ ਦਾ ਫੋਨ ਆਇਆ ਵਾ। ਤੇ ਮੈਂ ਕਹਿੰਦਾ कि ਤੁਹਾਡੀ ਜਥੇਦਾਰੀ ਆਪਾਂ ਫੋੜੇ ਤੇ ਲਾਉਣੀ ਆ। हमारे कमरों में आके छेड़छाड़ की जाती है, हमारे रिकॉर्डर भेजे जाते हैं, कैमरे लगाए जाते हैं, वॉशरूम में भी पहले कई बार कैमरे लगे हैं। पर की गल ਤੁਹਾਨੂੰ ਆਪਣੀ ਬਿਮਾਰੀ ਦਿਸਦੀ ਆ? ਸੰਗਤਾਂ ਨੂੰ ਕਹਿ ਰਹੇ ਹੋ ਪਾਠ ਰੱਖੋ ਸਾਡੇ, ਜਾਂ ਸਾਡੀਆਂ ਸੰਗਤਾਂ ਪਾਠ ਕਰ ਰਹੀਆਂ ਨੇ, ਅਰਦਾਸਾਂ ਕਰ ਰਹੀਆਂ, ਤੇ ਜਿਹੜੀਆਂ ਧੀਆਂ ਭੈਣਾਂ ਦੀ ਬੇਪਤੀਆਂ ਹੋ ਰਹੀਆਂ ਨੇ ਉਹ ਕਿਹਨਾਂ ਨੇ ਵੇਖਣੀਆਂ ਨੇ? आए दिन हमारे साथ छेड़खानियाँ होती है, बदतमीजियाँ होती है, मेल स्टाफ हमें टॉर्चर करता है। कि साढ़े राज दे विच गुरु साहब दी बेबदबियां हो गईयां, साढ़े राज दे विच धीआं भैणां दी बेपतियां हो रहीआं, ते पता नहीं असीं किहड़े गुरु दे सिख अपने आप नूं खवा रहे हैं। स्टाम्प लिखवाए गए थे, सबसे स्टाम्प पूरे हॉस्पिटल से स्टाम्प लिखाए गए हैं। अब आप हमारे रूम में देख लो, बेड के नीचे चिप मिली है। हमारे वॉशरूम में भी एक पहले थी जिसकी हमने हटा दी। ਤੇ ਇਹ ਪਿਤਾ ਜੀ ਹੁਣ ਮੈਂ ਗਾਲਾਂ ਕੱਢਦਾ ਵੀ ਨਹੀਂ ਚੰਗਾ ਲੱਗਦਾ, ਇਹ ਤੁਹਾਡੀਆਂ ਬੇਪਤੀਆਂ ਕਰਦੀਆਂ ਨੇ, ਤੁਹਾਡੀਆਂ ਸ਼ਰਮ ਕਰੋ। ਬੀਤੇ ਦਿਨੀ ਰਾਮ ਰਹੀਮ ਦੇ ਰਾਜਸਥਾਨ ਵਿੱਚ ਗੁਰੂ ਸਰ ਮੋਢੀਆਂ ਸਥਿਤ ਇੱਕ ਹਸਪਤਾਲ ਦੀਆਂ ਨਰਸਾਂ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ, ਜਿਸ ਵਿੱਚ ਨਰਸਾਂ ਵੱਲੋਂ ਹਸਪਤਾਲ ਪ੍ਰਬੰਧਕਾਂ ਤੇ ਕੁੜੀਆਂ ਦੇ ਬਾਥਰੂਮਾਂ ਵਿੱਚ ਕੈਮਰੇ ਲਗਵਾਉਣ ਦੇ ਨਾਲ-ਨਾਲ ਹੋਰ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਏ ਗਏ ਸਨ। ਹੁਣ ਇਸ ਮਾਮਲੇ ਤੇ ਬੋਲਦਿਆਂ ਸੰਤ ਸਿਪਾਹੀ ਗਰੁੱਪ ਦੇ ਆਗੂ ਦਵਿੰਦਰ ਸਿੰਘ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਤਖਤਾਂ ਦੇ ਜਥੇਦਾਰਾਂ ਨੂੰ ਜੰਮ ਕੇ ਲਾਹਨਤਾਂ ਪਾਈਆਂ ਨੇ। ਉਹਨਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਇਸ ਮੁੱਦੇ ਤੇ ਕਿਸੇ ਵੀ ਸਿੱਖ ਆਗੂ ਦਾ ਬਿਆਨ ਨਹੀਂ ਆਇਆ। ਇੱਥੇ ਹੀ ਬਸ ਨਹੀਂ, ਉਹਨਾਂ ਇਸ ਮੁੱਦੇ ਨੂੰ ਲੈ ਕੇ ਸਰਕਾਰ ਨੂੰ ਵੀ ਜੰਮ ਕੇ ਕੋਸਿਆ ਅਤੇ ਕਿਹਾ ਕਿ ਸਾਨੂੰ ਇੱਕ ਵਾਰ 3 ਮਹੀਨੇ ਲਈ ਪੂਰੇ ਅਧਿਕਾਰ ਦੇ ਦਿਓ, ਫਿਰ ਅਸੀਂ ਦਿਖਾਵਾਂਗੇ ਕਿਵੇਂ ਹੁੰਦੀ ਹੈ ਰਾਜਨੀਤੀ। ਹਾਂਜੀ ਜ਼ਰੂਰ ਜੀ, ਇਹ ਵੀਡੀਓ ਮੇਰੇ ਕੋਲ ਵੀ ਪਹੁੰਚੀ ਆ, ਸਾਡੇ ਗਰੁੱਪ ਦੇ ਵਿੱਚ ਸੰਤ ਸਿਪਾਹੀ ਦੇ ਵਿੱਚ ਪਹੁੰਚੀ ਆ। ਤੇ ਜਦੋਂ ਮੈਂ ਵੀਡੀਓ ਦੇਖੀ ਤੇ ਅੱਧੀ ਵੀਡੀਓ ਮੈਂ ਦੇਖੀ ਤੇ ਮੈਂ ਉਸੇ ਵੇਲੇ ਦਾਦੂਵਾਲ ਨੂੰ ਫੋਨ ਕੀਤਾ ਤੇ ਉਹਦੇ ਕਿਸੇ ਸੇਵਾਦਾਰ ਨੇ ਚੱਕਿਆ ਸੀ ਤੇ ਮੈਂ ਇਹਨਾਂ ਨੂੰ ਮੰਗ ਕੀਤੀ ਕਿ ਵੀਰੇ ਤੁਸੀਂ ਉੱਥੋਂ ਦੇ ਪ੍ਰਧਾਨ ਬਣੇ ਹੋ ਸਿੱਖ ਕੌਮ ਦੇ ਹਰਿਆਣੇ ਕਮੇਟੀ ਦੇ ਤੇ ਕਮ ਸੇ ਕਮ ਤੁਹਾਡੀ ਪਹਿਲ ਬਣਦੀ ਆ, ਤੁਸੀਂ ਜਾ ਕੇ ਉੱਥੇ ਪਤਾ ਕਰੋ। ਉਹ ਕਹਿੰਦੇ ਸੀ ਜੇਰੇ ਇਲਾਜ ਆ ਦਿੱਲੀ ਦੇ ਵਿੱਚ, ਅਸੀਂ ਕਿਸੇ ਬੰਦੇ ਨੂੰ ਭੇਜਦੇ ਆ। ਅੱਜ 5 ਦਿਨ ਬੀਤ ਚੱਲੇ ਆ, ਨਾ ਤੇ ਕਿਸੇ ਜਥੇਦਾਰ ਦਾ ਫੋਨ ਆਇਆ ਵਾ, ਨਾ ਕਿਸੇ ਸੇਵਾਦਾਰ ਦਾ ਫੋਨ ਆਇਆ ਵਾ। ਤੇ ਮੈਂ ਕਹਿੰਦਾ ਕਿ ਤੁਹਾਡੀ ਜਥੇਦਾਰੀ ਆਪਾਂ ਫੋੜੇ ਤੇ ਲਾਉਣੀ ਆ। ਜੇ ਸਾਡੀਆਂ ਸਿਰ ਤੁਸੀਂ ਉੱਥੋਂ ਵੋਟਾਂ ਲਈਆਂ ਨੇ, ਜੇ ਵੋਟਾਂ ਲੈ ਕੇ ਤੁਸੀਂ ਜਥੇਦਾਰਾਂ ਦੀਆਂ ਗੱਡੀਆਂ ਭਾਲੀਆਂ, ਸਿਕਿਉਰਟੀਆਂ ਲੈ ਲਈਆਂ ਤੇ ਉੱਥੇ ਦਿੱਲੀ ਜਾ ਕੇ ਬੈਠੇ ਹੋ, ਜਾ ਕੇ ਭਾਵੇਂ ਚਲੋ ਠੀਕ ਆ ਤੁਹਾਡੇ ਮਜਬੂਰੀਆਂ ਹੋ ਸਕਦੀ, ਤੁਸੀਂ ਬਿਮਾਰ ਹੋ, ਪਰ ਕੀ ਗੱਲ ਤੁਹਾਨੂੰ ਆਪਣੀ ਬਿਮਾਰੀ ਦਿਸਦੀ ਆ? ਸੰਗਤਾਂ ਨੂੰ ਕਹਿ ਰਹੇ ਹੋ ਪਾਠ ਰੱਖੋ ਸਾਡੇ, ਜਾਂ ਸਾਡੀਆਂ ਸੰਗਤਾਂ ਪਾਠ ਕਰ ਰਹੀਆਂ ਨੇ, ਅਰਦਾਸਾਂ ਕਰ ਰਹੀਆਂ, ਤੇ ਜਿਹੜੀਆਂ ਧੀਆਂ ਭੈਣਾਂ ਦੀ ਬੇਪਤੀਆਂ ਹੋ ਰਹੀਆਂ ਨੇ ਉਹ ਕਿਹਨਾਂ ਨੇ ਵੇਖਣੀਆਂ ਨੇ? ਜਥੇਦਾਰ ਇੱਕ ਜਾ ਕੇ ਉੱਥੇ ਬੈਠਾ ਭਰਤੀ ਹੋਇਆ ਵਾ, ਬਾਕੀ ਸਾਰਾ ਥੋੜ੍ਹਾ ਤੁਹਾਡਾ ਲਾਂਡਾ ਤੁਹਾਡਾ ਭਰਤੀ ਹੋਇਆ ਵਾ। ਤੇ ਕੀ ਗੱਲ ਇਕੱਲਾ ਦਾਦੂ ਵਾਲੀ ਆ? ਬਾਕੀ ਸਾਡੇ ਅਕਾਲ ਤਖਤ ਦੇ ਜਥੇਦਾਰ ਲਾ ਲਓ, ਜਾਂ ਹੋਰ ਨਾ ਤਖਤਾਂ ਦੇ ਜਥੇਦਾਰ ਹੈ, ਜਾਂ ਸਾਡੇ ਕੌਮ ਦੇ ਨੁਮਾਇੰਦੇ ਨੇ, ਸੁੱਤੇ ਨੇ? ਕੀ ਗੱਲ ਹੈ? ਕਿਸੇ ਦੀ ਬਿਆਨ ਨਹੀਂ ਆਈ। ਜੇ ਕਿਸੇ ਮੰਤਰੀ ਧੀ ਭੈਣ ਦਾ ਹੋਇਆ ਹੁੰਦਾ ਫਿਰ ਤੁਹਾਡੀਆਂ ਗੱਡੀਆਂ, ਮੈਂ ਕਹਿੰਦਾ ਫਿਰ ਤਾਂ ਤੁਹਾਨੂੰ ਭਾਵੇਂ ਲੰਗ ਮਾਰਦੇ ਜਾਣਾ ਸੀ ਤੁਸੀਂ ਸਾਰਿਆਂ ਨੇ ਗੱਡੀਆਂ ਲੈ ਕੇ। ਸਿਰਫ ਤੇ ਸਿਰਫ ਤੁਸੀਂ ਵੋਟਾਂ ਵਾਸਤੇ ਇਹ ਕੰਜਰਾਂ ਦੇ ਡੇਰੇ ਜਿਹੜੇ ਨੇ ਪ੍ਰਫੁੱਲਤ ਕੀਤੇ ਆ ਪੰਜਾਬ ਦੇ ਵਿੱਚ। ਕੋਈ ਸਿਆਸੀ ਲੀਡਰ ਐਸੇ, ਚਾਹੇ ਕੋਈ ਬਾਦਲ ਹੋਵੇ ਚਾਹੇ ਕੈਪਟਨ ਹੋਵੇ, ਹਰ ਇੱਕ ਬੰਦਾ ਉੱਥੇ ਪਹੁੰਚਿਆ ਵਾ। ਤੇ ਜੇ ਤੁਹਾਡੇ ਕਿਤੇ ਤੁਹਾਨੂੰ ਕਿਤੇ ਕੀੜੇ ਪੈਣ, ਤੁਹਾਨੂੰ ਕਿਤੇ ਤੁਹਾਡੀਆਂ ਜ਼ਮੀਰਾਂ ਜਾਗਦੀਆਂ ਹੋਣ, ਤੇ ਅੱਜ ਇਹ ਪੰਜਾਬ ਦੇ ਵਿੱਚ ਡੇਰਾਵਾਦ ਨਾ ਹੋਵੇ ਤੇ ਸਾਡੀਆਂ ਧੀਆਂ ਭੈਣਾਂ ਦੀ ਬੇਪਤੀਆਂ ਸੜਕਾਂ 'ਤੇ ਹੋ ਰਹੀਆਂ ਨੇ। ਟ੍ਰੇਨਾਂ 'ਚ ਸਾਡੀਆਂ ਧੀਆਂ ਭੈਣਾਂ ਸੇਫ ਨਹੀਂ, ਬੱਸਾਂ 'ਚ ਸਾਡੀਆਂ ਧੀਆਂ ਭੈਣਾਂ ਸੇਫ ਨਹੀਂ। ਤੇ ਕਮ ਸੇ ਕਮ ਕਿਹੜੇ ਖਾਲਸੇ ਦਾ ਤੁਸੀਂ ਗੱਲ ਕਰਦੇ ਹੋ? ਆਪਣੇ ਆਪ ਨੂੰ ਖਾਲਸੇ ਖਵਾਉਂਦੇ ਹੋ ਤੁਸੀਂ? ਮੈਂ ਕਹਿੰਦਾ ਸ਼ਰਮ ਨਾਲ ਨੱਕ ਡੋਬ ਕੇ ਮਰ ਜਾਓ ਤੁਸੀਂ। ਕਮ ਸੇ ਕਮ ਕਿ ਸਾਡੇ ਰਾਜ ਦੇ ਵਿੱਚ ਗੁਰੂ ਸਾਹਿਬ ਦੀਆਂ ਬੇਬਦਬੀਆਂ ਹੋ ਗਈਆਂ, ਸਾਡੇ ਰਾਜ ਦੇ ਵਿੱਚ ਧੀਆਂ ਭੈਣਾਂ ਦੀ ਬੇਪਤੀਆਂ ਹੋ ਰਹੀਆਂ, ਤੇ ਪਤਾ ਨਹੀਂ ਅਸੀਂ ਕਿਹੜੇ ਗੁਰੂ ਦੇ ਸਿੱਖ ਆਪਣੇ ਆਪ ਨੂੰ ਖਵਾ ਰਹੇ ਹਾਂ। ਗੱਲ ਕਰੀ ਦਵਿੰਦਰ ਜੀ, ਜਿੱਥੇ ਕਿ 16 ਸਾਲ ਜਿਹੜਾ ਵਾ ਅਕਸਰ ਹੀ ਪਹਿਲਾਂ ਵੀ ਲੜਕੀਆਂ ਦੇ ਮਾਮਲੇ 'ਚ, ਬਲਾਤਕਾਰ ਦੇ ਮਾਮਲੇ 'ਚ ਜਿਹੜਾ ਉਹ ਜੇਲ੍ਹ ਕੱਟ ਰਿਹਾ, ਤੇ ਫਿਰ ਜਿਹੜੇ ਲੋਕ ਨੇ ਉਹ ਜਿਹੇ ਡੇਰਿਆਂ ਵਿੱਚ ਜਾਂ ਅਜਿਹੇ ਹਸਪਤਾਲਾਂ ਵਿੱਚ ਕਿਉਂ ਆਪਣੀ ਲੜਕੀਆਂ ਨੂੰ ਭੇਜ ਰਹੇ ਨੇ? ਵੀਰ ਜੀ ਬੇੜਾ ਗਰਕ ਇਹਨਾਂ ਲੋਕਾਂ ਦਾ ਹੋਇਆ ਵਾ। ਇਹ ਵਾਕਈ ਸੱਚੀਆਂ ਭੇਡਾਂ ਨੇ। ਉਹ ਅੱਜ ਵੀ ਮੈਂ ਕਹਿੰਦਾ ਸੋਸ਼ਲ ਮੀਡੀਆ 'ਤੇ ਨਾ ਉਹ ਚੰਗੀਆਂ ਭਲੀਆਂ ਜਨਾਨੀਆਂ ਹੁੰਦੀਆਂ, ਕੋਲ ਬੱਚੇ ਬੈਠੇ ਤੇ ਪਿਤਾ ਜੀ ਦੀ ਫੋਟੋ ਨੂੰ ਜੱਫੀਆਂ ਪਾ ਕੇ ਆ ਰੋਂਦੀਆਂ ਕਿ ਜਿਵੇਂ ਪਤਾ ਨਹੀਂ ਸਾਰਾ ਦਰਦ ਹੀ ਹੋ ਰਿਹਾ ਪਿਤਾ ਜੀ ਦਾ ਇਹਨੂੰ ਆ। ਇਹ ਤੁਹਾਡੇ ਪਿਤਾ ਜੀ ਕਰਕੇ ਪਿਤਾ ਜੀ ਭੂਏ ਚੜ੍ਹੇ ਆ, ਤੇ ਇਹ ਪਿਤਾ ਜੀ ਹੁਣ ਮੈਂ ਗਾਲਾਂ ਕੱਢਦਾ ਵੀ ਨਹੀਂ ਚੰਗਾ ਲੱਗਦਾ, ਇਹ ਤੁਹਾਡੀਆਂ ਬੇਪਤੀਆਂ ਕਰਦੀਆਂ ਨੇ, ਤੁਹਾਡੀਆਂ ਸ਼ਰਮ ਕਰੋ। ਅਜੇ ਵੀ ਭੇਡੋ ਸੁਧਰ ਜਾਓ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਲੜ ਲੱਗੋ, ਬਾਣੀ ਦੇ ਧਾਰਨੀ ਬਣੋ। ਅੱਜ ਤੁਸੀਂ ਸਾਰੀ ਰਾਤ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਪਣੀ ਧੀ ਭੈਣ ਨੂੰ ਜਿਹੜਾ ਵਾ ਛੱਡ ਦਿਓ ਤੁਸੀਂ ਨਾ, ਤੇ ਪਿਓ ਨੂੰ ਸਾਰੀ ਰਾਤ ਮੈਂ ਕਹਿੰਦਾ ਬੇਫਿਕਰ ਹੋ ਕੇ ਸੋਏਗਾ ਕਿ ਮੇਰੀ ਧੀ ਭੈਣ ਸੇਫ ਆ। ਜੇ ਇਹੀ ਆਪਣੀ ਧੀ ਭੈਣ ਤੁਸੀਂ ਡੇਰਿਆਂ ਦੇ ਵਿੱਚ ਭੇਜਦੇ ਹੋ, ਤੇ ਤੁਸੀਂ ਕਮ ਸੇ ਕਮ ਬਾਅਦ ਵਿੱਚ ਤੁਹਾਨੂੰ ਮੇਰੀ ਧੀ ਦੀ ਲੁੱਟੀ ਗਈ, ਮੇਰੀ ਭੈਣ ਦੀ ਲੁੱਟੀ ਗਈ, ਸ਼ਰਮ ਤੁਹਾਨੂੰ ਹੋਣੀ ਚਾਹੀਦੀ ਆ। ਚਲੋ ਠੀਕ ਆ, ਮੰਨ ਲੈਂਦੇ ਆ, ਕੁਝ ਮਜਬੂਰੀਆਂ ਹੁੰਦੀਆਂ, ਪੇਟ ਵਸ।
ਕਿ ਪੇਟ ਵਸ ਸਾਨੂੰ ਬਾਹਰ ਕੰਮ ਵੀ ਕਰਨਾ ਚਾਹੀਦਾ ਵਾ, ਪਰ ਜਿਹੜੇ ਸੰਚਾਲਕ ਨੇ ਉਹਨਾਂ ਨੂੰ ਚਾਹੀਦਾ ਵੀ ਕਮ ਸੇ ਕਮ ਇਹਨਾਂ ਵਰਗੀਆਂ ਧੀਆਂ ਮੇਰੇ ਘਰ ਵੀ ਹੈਗੀਆਂ ਨੇ। ਜੇ ਅੱਜ ਮੈਂ ਕਿਸੇ ਧੀ ਭੈਣ ਦੀ ਜਦੋਂ ਹੱਥ ਪਾਊਂਗਾ ਤੇ ਕੱਲ ਨੂੰ ਕੋਈ ਮੇਰੀ ਜੰਮੀ ਆ ਭਾਈ ਉਹਨੂੰ ਵੀ ਹੱਥ ਪਾਏਗਾ। ਗੱਲ ਕਰੀਏ ਰਜਿੰਦਰ ਜੀ, ਨਰਸਾਂ ਦੇ ਮਾਮਲੇ 'ਚ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ, ਕਿਉਂਕਿ ਵੀਡੀਓ ਬਹੁਤ ਵਾਇਰਲ ਹੋ ਗਈ ਹੈ, ਸਭ ਨੇ ਲੋਕਾਂ ਨੇ ਦੇਖੀ ਆ। ਨਾ ਹੀ ਕੋਈ ਸਿਆਸੀ ਲੀਡਰ ਦਾ ਬਿਆਨ ਆਇਆ ਵਾ, ਨਾ ਹੀ ਕਿਸੇ ਰਾਜਨੀਤੀ ਦਾ ਆ, ਨਾ ਹੀ ਕਿਸੇ ਜਿਹੜੇ ਧਾਰਮਿਕ ਸੰਸਥਾ ਦਾ। ਕਿਉਂ ਨਹੀਂ ਬਿਆਨ ਸਾਹਮਣੇ ਆਇਆ ਤਾਂ ਕਿਉਂ ਨਹੀਂ ਕਾਰਵਾਈ ਹੋਈ? ਗਰੇਵਾਲ ਸਾਹਿਬ ਭੁੱਲ ਜੋ ਕੋਈ ਕਾਰਵਾਈ ਹੋਣੀ ਆ। ਆਏ ਦਿਨ ਸਾਡੀਆਂ ਧੀਆਂ ਭੈਣਾਂ ਦੀ ਪੂਰੇ ਪੰਜਾਬ 'ਚ ਬੇਪਤੀ ਹੋ ਰਹੀ ਹੈ। ਅਸੀਂ ਬੇਵਸ ਹੋਏ ਹਾਂ ਵੀ ਕਰਨਾ ਬਹੁਤ ਕੁਛ ਚਾਹੁੰਦੇ ਹਾਂ, ਪਰ ਸਾਡੇ ਕੋਲ ਤਾਕਤਾਂ ਹੀ ਹੈ ਨਹੀਂ ਆ। ਇਹ ਲੋਕ ਸਾਨੂੰ ਸਰਕਾਰਾਂ ਨਾਲ ਕਿੱਥੋਂ ਤੱਕ ਲੜ ਲਾਂਗੇ ਅਸੀਂ। ਜਿਨ੍ਹਾਂ ਕੋਲ ਤੁਸੀਂ ਇਨਸਾਫ ਦੀ ਮੰਗ ਕਰ ਰਹੇ ਹੋ ਨਾ, ਇਹ ਉਹੀ ਸਰਕਾਰਾਂ, ਉਹੀ ਲੀਡਰ ਇਹ ਡੇਰੇ ਤੇ ਜਾ ਕੇ ਵੋਟਾਂ ਮੰਗਦੇ ਰਹੇ ਨੇ ਤੇ ਉਹਨਾਂ ਵੋਟਾਂ ਨੇ ਇਹਨਾਂ ਲੋਕਾਂ ਨੂੰ ਜਿਤਾਇਆ ਵਾ। ਇੱਕ ਤਾਂ ਹੀ ਤਾਂ ਇਹ ਕੰਜਰ ਜਿਹੜਾ ਵਾ ਉਹ ਆਪਣੀ ਮਨਮਰਜ਼ੀਆਂ ਕਰਦੇ ਆ। ਸਰਕਾਰਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਤੁਸੀਂ ਕਮ ਸੇ ਕਮ ਜਿਹੜਾ ਨਾ ਸੁਚੇਤ ਹੋਵੋ, ਰਾਜਨੀਤੀ ਨੂੰ ਵਰਤੋ ਜ਼ਰੂਰ, ਧਰਮ ਨੂੰ ਵਰਤੋ ਜ਼ਰੂਰ, ਪਰ ਭਲੇ ਵਾਸਤੇ ਮੇਰੇ ਵੀਰ ਵਰਤੋ। ਧਰਮ ਦੇ ਨਾਂ 'ਤੇ ਵੋਟਾਂ ਲੈਣੀਆਂ ਬੰਦ ਕਰ ਦਿਓ ਮੇਰੇ ਵੀਰ। ਕੈਮਰਿਆਂ ਸਾਹਮਣੇ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਬੰਦ ਕਰ ਦਿਓ। ਕਮ ਸੇ ਕਮ ਆਪਣੇ ਮੂਲ ਨੂੰ ਪਛਾਣੋ। ਜੇ ਸਤਿਗੁਰ ਨੇ ਤੁਹਾਡੀ ਡਿਊਟੀ ਚੰਗੀ ਕੁਰਸੀਆਂ 'ਤੇ ਲਾਈ ਆ ਤਾਂ ਉਹਨਾਂ ਨੂੰ ਸਾਂਭੋ। ਤੇ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਧਰਮ ਦੇ ਜਥੇਦਾਰਾਂ ਨੂੰ, ਆਪਣੇ ਸਿਆਸਤ ਦੇ ਲੀਡਰਾਂ ਨੂੰ ਕਿ ਜੇ ਤੁਹਾਡੀ ਨਹੀਂ ਔਕਾਤ ਇਨਸਾਫ ਕਰਨ ਦੀ ਤੇ ਹੱਥਾਂ ਦੇ ਵਿੱਚ ਚੂੜੀਆਂ ਪਾ ਲਓ ਤੇ ਸਲਵਾਰਾਂ ਪਾ ਲਓ, ਸਲਵਾਰਾਂ ਤੁਸੀਂ, ਠੀਕ ਆ। ਤੇ ਉਹ ਕਮ ਸੇ ਕਮ ਜੇ ਨਹੀਂ ਆ ਤੇ ਸਾਨੂੰ ਤੁਸੀਂ ਕਮ ਸੇ ਕਮ 3 ਮਹੀਨੇ ਦਾ ਟਾਈਮ ਦਿਓ। ਤੁਸੀਂ 3 ਮਹੀਨੇ ਦਾ ਪੂਰੀਆਂ ਪਾਵਰਾਂ ਦਿਓ ਸਾਨੂੰ। ਜੇ ਤੁਹਾਨੂੰ ਇਹ ਪੂਰੇ ਪੰਜਾਬ ਦੇ ਵਿੱਚ ਕਿਸੇ ਧੀ ਭੈਣ ਨਾਲ ਬੇਪਤੀ ਹੋ ਜਾਏਗੀ ਨਾ, ਤੇ ਮੈਂ ਗੁਰੂ ਬਾਬੇ ਦੀਪ ਸਿੰਘ ਦੇ ਆਸ਼ੀਰਵਾਦ ਸਦਕਾ ਸ਼ਰੇਆਮ ਕਹਿਣਾ ਵਾ, ਉਹ ਮਾਲਕ ਤੇ ਮੈਨੂੰ ਇੰਨਾ ਭਰੋਸਾ ਵਾ। 3 ਮਹੀਨੇ ਸਾਨੂੰ ਕਿਤੇ ਟਾਈਮ ਦੇ ਦਿਓ, ਸਾਨੂੰ ਚੰਗਾ ਜਾ ਕੇ ਤੇ ਪੂਰੀ ਤਾਕਤਾਂ ਸਾਨੂੰ ਦੇ ਦਿਓ, ਸਾਨੂੰ ਪੂਰੇ ਅਧਿਕਾਰ ਦੇ ਦਿਓ ਸਾਨੂੰ। ਫਿਰ ਅਸੀਂ ਤੁਹਾਨੂੰ ਦਿਖਾਂਗੇ ਇੱਦਾਂ ਰਾਜ ਚੱਲਦਾ ਵਾ ਤੇ ਇੱਦਾਂ ਰਾਜਨੀਤੀ ਹੁੰਦੀ ਹੈ। ਕੀ ਲੱਗਦਾ ਨਹੀਂ ਵੀ ਅਜਿਹੇ ਹਸਪਤਾਲ ਜਾਂ ਜਿਹੜੇ ਆਸ਼ਰਮ ਆ ਉਹ ਬੰਦ ਹੋਣੇ ਚਾਹੀਦੇ ਨੇ? ਵੀਰ ਜੀ ਬੰਦ ਹੋਣੇ ਚਾਹੀਦੇ ਆ, ਪਰ ਮੈਂ ਤੁਹਾਨੂੰ ਕਿਹਾ ਬੰਦ ਵੀਰੇ ਉਹੀ ਗੱਲ ਨਾ ਕਿ ਬਿੱਲੀ ਦੇ ਗੱਲ ਟੱਲੀ ਬੰਨੇਗਾ ਕਿਹੜਾ। ਜਿਨ੍ਹਾਂ ਨੇ ਬੰਦ ਕਰਨੇ ਯਾਰ ਉਹੀ ਤਾਂ ਇਹਨਾਂ ਨੇ ਆਸ਼ਰਮ ਖਲਵਾਏ, ਉਹ ਤਾਂ ਜਾ ਕੇ ਬਾਬਾ ਜੀ ਕਰਦੇ ਆ, ਠੀਕ ਆ ਨਾ। ਉਹਨਾਂ ਨੂੰ ਆਪਣੀ ਆਤਮਾ ਜਗਾਉਣ ਦੀ ਲੋੜ ਆ। ਆਪਣੀ ਆਤਮਾ ਜਗਾਓ ਤੇ ਕਮ ਸੇ ਕਮ ਜਿਹੜਾ ਨਾ ਇਹ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ। ਪੰਜਾਬ ਦੀ ਧਰਤੀ ਬੜੀ ਨਿਵੇਕਲੀ ਧਰਤੀ ਆ ਮੇਰੇ ਵੀਰ। ਇੱਥੇ ਦੁਸ਼ਮਣ ਦੀ ਧੀ ਭੈਣ ਵੀ ਆਵੇ ਤੇ ਕਮ ਸੇ ਕਮ ਉਹਨੂੰ ਜਿਹੜਾ ਵਾ ਸਤਿਕਾਰ ਮਿਲਦਾ ਸੀ। ਦੁਸ਼ਮਣ ਜਿਹੜਾ ਬੇਫਿਕਰਾ ਹੋ ਜਾਂਦਾ ਸੀ ਤੇ ਅੱਜ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੀਆਂ ਧੀਆਂ ਭੈਣਾਂ ਦੇ ਬੇਪਤੀਆਂ ਹੋਣਡੀਆਂ। ਪਤਾ ਨਹੀਂ ਕਿੱਥੇ ਸੁੱਤੇ ਆਪਾਂ ਯਾਰ। ਕੀ ਲੱਗਦਾ ਨਹੀਂ ਸਰਕਾਰਾਂ ਸੁੱਤੀਆਂ ਪਈਆਂ, ਜਿੱਥੇ ਕਿ ਸਰਕਾਰਾਂ ਆਪਣੀ ਵੋਟਾਂ ਦੀ ਖਾਤਰ ਜਿਹੜੀਆਂ ਵਾ ਅਜਿਹੀਆਂ ਡੇਰਿਆਂ ਜਾਂਦੀਆਂ ਨੇ, ਪਰ ਉਹਨਾਂ ਵੱਲੋਂ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜਾਂ ਉਹਨਾਂ ਨੇ ਕਾਰਵਾਈ ਕੀਤੀ ਨਹੀਂ? ਕੀ ਲੱਗਦਾ ਜ਼ਮੀਨਾਂ ਮਰ ਗਈਆਂ ਸਰਕਾਰਾਂ ਦੀਆਂ? ਵੀਰੇ ਮੈਂ ਤਾਂ ਲਾਹਨਤਾਂ ਪਾ ਰਿਹਾ ਟੋਕਰੇ ਭਰ ਕੇ ਜਥੇਦਾਰਾਂ ਨੂੰ ਵੀ, ਸਾਰਿਆਂ ਨੂੰ, ਵੀ ਆਪਣੀ ਜ਼ਮੀਰਾਂ ਜਗਾਓ। ਜਿੰਨੀ ਦੇਰ ਤੱਕ ਤੁਹਾਡੀਆਂ ਜ਼ਮੀਰਾਂ ਨਹੀਂ ਜਾਗਦੀਆਂ, ਜੇ ਤੁਸੀਂ ਨਹੀਂ ਕਰ ਸਕਦੇ ਤੇ ਭਰਾਵਾ ਅਸਤੀਫੇ ਦੇ ਕੇ ਬਹਿ ਜਾਓ। ਗੁਰੂ ਗ੍ਰੰਥ ਸਾਹਿਬ ਤਾਬਿਆਂ 'ਤੇ ਬਹਿ ਕੇ ਵੱਡੀਆਂ ਵੱਡੀਆਂ ਗੱਲਾਂ ਕਥਾ ਕਰਨੀਆਂ ਬੰਦ ਕਰ ਦਿਓ। ਦੁਨੀਆ ਬਹੁਤ ਸਿਆਣੀ ਹੋ ਗਈ ਆ। ਉੱਥੇ ਮੈਂ ਇੱਕ ਮੈਸੇਜ ਦੇਣਾ ਚਾਹੂੰਗਾ ਧੀਆਂ ਭੈਣਾਂ ਨੂੰ ਕਿ ਤੁਸੀਂ ਇਹਨਾਂ ਕੰਜਰਾਂ ਦੇ ਡੇਰੇਵਾਦ ਤੋਂ ਬਾਹਰ ਨਿਕਲੋ। ਜੇ ਤੁਹਾਡੇ ਮਾਂ ਪਿਓ ਅੰਨੇ ਭਗਤ ਬਣਿਆ ਤੇ ਬਣ ਦਿਓ। ਤੁਸੀਂ ਕਮ ਸੇ ਕਮ ਜਿਹੜਾ ਨਾ ਮਰਿਆਦਾ ਦੇ ਵਿੱਚ ਗੁਰੂ ਸਾਹਿਬ ਦੇ ਘਰ ਜਾਓ, ਆਪ ਜਾ ਕੇ ਬਾਣੀ ਪੜ੍ਹੋ, ਬਾਣੀ ਬਾਣੇ ਧਾਰਨੀ ਹੋਵੋ। ਜੇ ਕੋ ਤੁਹਾਡੇ ਵੱਲ ਅੱਗੇ ਵਾਧਾ ਵਾ ਉਹਦਾ ਸਿਰ ਵੱਢ ਕੇ ਲਿਆਇਓ ਤੇ ਫਿਰ ਪ੍ਰਸ਼ਾਸਨ ਕੋਲ ਪਹੁੰਚੋ। ਉਹਨੂੰ ਕਹੋ ਹੁਣ ਤੂੰ ਜਿਹੜੀ ਕਾਰਵਾਈ ਕਰਨੀ ਕਰ। ਇਹ ਨਹੀਂ ਵੀ ਪਹਿਲਾਂ ਸਾਡੀਆਂ ਇੱਜ਼ਤਾਂ ਲੁੱਟੀਆਂ ਜਾਣ ਤੇ ਫਿਰ ਅਸੀਂ ਕਾਰਵਾਈਆਂ ਕਰਾਉਣੋਂ ਲੋਕਾਂ ਅੱਗੇ ਕਰਲਾਉਂਦੇ ਰਹੀਏ। ਨਹੀਂ ਵੀਰੇ, ਆਪਣੀਆਂ ਕਾਰਵਾਈਆਂ ਸਾਨੂੰ ਆਪ ਹੀ ਕਰਵਾਉਣੀਆਂ ਪੈਣੀਆਂ ਨੇ। ਇਹ ਇਨਸਾਫ ਜਿਹੜਾ ਵਾ ਸਾਨੂੰ ਆਪ ਹੀ ਲੈਣਾ ਪੈਣਾ ਸਾਨੂੰ।